अस्सलामुअलैकुम दोस्तों, मैं थोड़ा भाई मोहम्मद आसिफ खिची। तो जनाब अपनी टरबैन जिहड़ी है उनकी टुट गई है विचली शाफ्ट। तो अक्सर जिहड़ा ना शाफ्टां टुट जांदियां हुंदियां ने जदों इन्हां दे बुश सेंटर दे विच हुंदे ने रबड़ दे, ਉਹ ਜਦੋਂ ਢਿੱਲੇ ਹੋ ਜਾਂਦੇ ਨੇ ਜਾਂ ਘਸ ਜਾਂਦੇ ਨੇ ਤਾਂ ਉਦੋਂ ਫਿਰ ਸ਼ਾਫਟ ਨੂੰ ਗੈਪ ਮਿਲਦਾ ਹੈ ਤੇ ਸ਼ਾਫਟਾਂ ਅਕਸਰ ਟੁੱਟ ਜਾਂਦੀਆਂ ਨੇ। ਅੱਛਾ, ਕਈ ਇਹ ਹੁੰਦਾ ਵੀ ਕਈ ਦੋਸਤ ਜਿਹੜਾ ਨਾ ਉਹ ਖਿਆਲ ਨਹੀਂ ਕਰਦੇ ਹੈਗੇ ਮੇਨਟੇਨੈਂਸ ਦਾ, ਤਾਂ ਸ਼ਾਫਟ ਆਏ ਦਿਨ ਟੁੱਟੀ ਰਹਿੰਦੀ ਹੈ ਜਾਂ ਕੋਈ ਨਾ ਕੋਈ ਮਸਲਾ ਬਣਾ ਰਹਿੰਦਾ ਹੈ। ਹਾਲਾਂਕਿ ਟਰਬੈਨ ਵਾਲਾ ਕੰਮ ਖੂਹ ਨਾਲੋਂ ਚੰਗਾ ਹੈਗਾ ਵੀ ਪਹਿਲੇ ਖੂਹ ਹੁੰਦੇ ਸੀ। ਸਾਡੇ ਕੋਲ ਤਕਰੀਬਨ ਪਾਣੀ 85 ਫੁੱਟ ਤੇ ਟੁਰ ਗਿਆ ਹੈ। एडा जो खूह बनाते सी ना तो साढ़े को काफ़ी सारे जड़ा ना वाकयात भी पेश आए सी ते तकरीबन बल्कि साढ़े अपने नाल बीती हुई है कि साढ़े भी खूह दे विच 2 बंदे आए सी ते वफात पा गए सी। ते ये बड़ा अच्छा हो गया कि ये नवी टैक्नोलॉजी पाकिस्तान में काफ़ी देर की टैक्नोलॉजी आई तो टरबैनां लगियां ते ये टरबैन इहदी मोटर है उत्ते ते शाफ्ट थल्ले जांदी है, मशीन थल्ले है जिहड़ा पानी उत्ते खिच्चदी है। इस तो बाद मर्सीबल पंप आ गया जी मोटर ही थल्ले पानी दे विच हुंदी है जिन्हों आम आपां चूहा मोटर भी आने हैं। तो अज आपां तुहाडे नाल गलबात करसां। साडे नाल भाई मजहर हाजी साहब मौजूद ने, उन्हां कोलों जाणांगे वो आपां नूं मालूमात देणगे कि आपां टरबैन दी मेनटेनेंस दे हवाले नाल इहनूं आपां किवें लंबे अरसे तक जिहड़ा ना इहदा ख्याल करके ते इहनूं चला सकने हैं भी जल्दी मेनटेनेंस ना ये मंगे, या फिर अजकल बोर जिहड़े ने वो किहड़ी किस्म दा बोर करावना चाहिदा, मोटर किहड़ी लगवानी चाहिदी, टरबैन किहड़ी लगवानी चाहिदी, किन्ने एकड़ वास्ते किन्ने दा बोर करावना चाहिदा, किन्ने दी डिलीवरी होनी चाहिदी। इस वीडियो में तुहानूं मालूमात देने गल करने आपां हाजी मजहर साहब। अस्सलाम वालेकुम हाजी साहब। जी वालेकुम सलाम। हाजी साहब की हाल चाल है? जी शुक्र है। पहले तो दोस्तां नूं अपना तारफ करांदे चलो। जी हाजी मजहर टोल टरबैन वाले। किहड़ा अपना इलाका किहड़ा है? जी हवेली लखा। हाजी साहब ਆਪਾਂ ਕਿੰਨੀ ਦੂਰ ਤੱਕ ਜਿਹੜਾ ਨਾ ਆਪਣੀ ਸਰਵਿਸ ਨੂੰ ਲੈ ਗਏ ਆਂ ਵੀ ਕਿੰਨਾਂ ਤੱਕ ਤੁਸੀਂ ਬੋਰ ਕੀਤੇ ਨੇ, ਕਿੰਨੇ ਸਫ਼ਰ ਤੱਕ? काफी पाद तक ਅਸੀਂ बोर ਕੀਤੇ ਨੇ ਜੀ। ਸਹੀ। ਮੰਡੀ ਸਾਦਕ ਗਏ ਤੱਕ ਗਏ, ਦੁਗਾਂ ਤੱਕ ਗਏ हैं जी। ਆਪਣਾ ਤਜਰਬਾ ਵੀ ਸ਼ੇਅਰ ਕਰੋ ਨਾ ਸਾਡੇ ਨਾਲ ਕਿ ਕਿੰਨੇ ਅਰਸੇ ਤੋਂ ਇਹ ਕੰਮ ਕਰ ਰਹੇ ਹੋ? ਜੀ 2008 ਤੋਂ ਕੰਮ ਕਰਦੇ ਪਏ ਟਰਬੈਨਾਂ ਦਾ। ਸਹੀ। ਇਸ ਤੋਂ ਪਹਿਲੇ ਖੂਹਾਂ ਦਾ ਵੀ ਕਰਦੇ ਹੁੰਦੇ ਸੋ? ਖੂਹਾਂ ਦੇ ਬੋਰਾਂ ਦਾ ਕੰਮ ਕਰਦੇ ਨੇ, ਖੂਹਾਂ ਤੋਂ ਬਾਅਦ ਫਿਰ ਆਪੇ ਟਰਬੈਨਾਂ ਦਾ ਕੰਮ ਆ ਗਿਆ, ਫਿਰ ਸਹੀ। ਉਹਨਾਂ ਦਾ ਕੰਮ ਅੱਗੇ ਹੁੰਦਾ ਰਿਹਾ। ਅੱਛਾ, ਅੱਜ ਸਾਨੂੰ ਇਹ ਦੱਸੋ ਵੀ ਆਪਾਂ ਟਰਬੈਨ ਖੋਲੀ ਖੜੇ ਆਂ। ਹਾਂਜੀ ਟਰਬੈਨ ਤੋਂ ਬਾਅਦ ਹੁਣ ਤਾਂ ਮਰਸੀਬਲ ਪੰਪ ਆ ਗਏ ਨੇ। ਜੀ ਬਿਲਕੁਲ। ਉਹ ਈਜ਼ੀ ਕੰਮ ਹੈ ਜਾਂ ਇਹ ਈਜ਼ੀ ਕੰਮ ਹੈ? ਟਰਬੈਨ ਜਿਹੜੀ ਹੈ ਨਾ ਵਾਪਦਾ ਤੇ ਟਰਬੈਨ ਬਸ਼ਰਮ ਹੈਗੀ ਹੈ। ਅੱਛਾ। ਮਰਸੀਬਲ ਸੋਲਰ ਦੀ ਵਜ੍ਹਾ ਤੋਂ ਮਰਸੀਬਲ ਆ ਤੋਂ ਕਾਮਯਾਬ ਹੋ ਗਏ। ਸੋਲਰ ਤੇ ਮੋਟਰ ਚੱਲਦੀ ਹੈ ਸਵੇਰ ਤੋਂ ਲੈ ਤੇ ਸ਼ਾਮ ਤੱਕ। ਸਹੀ। ਤੇ ਟਰਬੈਨ ਜਿਹੜੀ ਵਾਪਦਾ ਤੇ ਹੈਗੀ, ਵਾਪਦਾ ਦੇ ਫੇਰ ਸਾਵਣ ਜਾਵਣ ਵਿੱਚ ਨੁਕਸਾਨ ਕਰਦੀ ਹੈ ਮੋਟਰਾਂ ਅੱਗੇ। ਠੀਕ ਹੋ ਗਿਆ। ਅੱਗੇ ਮੋਟਰਾਂ ਕੱਢ ਕੇ ਤੇ ਟਰਬੈਨਾਂ ਪਾਉਂਦੇ, ਹੁਣ ਟਰਬੈਨਾਂ ਕੱਢ ਤੇ ਮੋਟਰਾਂ ਪਾਉਂਦੇ ਪਏ ਸੋਲਰ ਦੀ ਵਜ੍ਹਾ ਨਾਲ। ਠੀਕ ਹੋ ਗਿਆ। ਤੇ ਜਿਹੜਾ ਟਰਬੈਨ ਦਾ ਜਿਹੜਾ ਕੰਮ ਹੈ ਦੇਰ ਬਾਅਦ ਚੱਲਣ ਵਾਲਾ ਹੈ, ਪੈਦਾਰ ਹੈ ਕੰਮ ਦੀ, ਕੋਈ ਨਾ ਬਾਹਰਲੀ ਮੋਟਰ ਛੱਡਦੀ ਹੈ। ਸਹੀ। ਤੇ ਮਰਸੀਬਲ ਦਾ ਕੋਈ ਇਤਬਾਰ ਕੋਈ ਦਾ, ਚੰਗੀ ਵੀ ਪਾਈਏ, ਕੋਈ ਮੋਟਰ ਟਿਕੀ ਰਹਿੰਦੀ, ਕੋਈ ਮਹੀਨਾ ਕਰਦੀ, ਕੋਈ ਸਾਲ ਕਰਦੀ ਹੈ। ਮਤਲਬ ਹੈ ਵੀ ਆਦੀ ਜਗ੍ਹਾ ਤੇ ਟਰਬੈਨ ਵੀ ਅੱਛੀ ਹੈ ਤੇ ਸੋਲਰ ਵਾਲੀ ਜਗ੍ਹਾ ਤੇ ਜਿਹੜਾ ਨਾ ਮਰਸੀਬਲ ਪੰਪ ਵੀ ਠੀਕ ਹੈ। ਠੀਕ ਹੋ ਗਿਆ। ਤੇ ਮਜ਼ਹਰ ਸਾਹਿਬ ਸਾਨੂੰ ਇਹ ਦੱਸਦੇ ਚਲੋ ਵੀ ਜਿਵੇਂ ਆਪਾਂ ਅੱਜ ਆਪਣੀ ਇਸ ਟਰਬੈਨ ਦੀ ਮੇਨਟੇਨੈਂਸ ਕਰ ਰਹੇ ਹਾਂ ਤੇ ਇਹਦੀ ਮੇਨਟੇਨੈਂਸ ਕੀ ਹੁੰਦੀ ਹੈ? ਇਹਦੀ ਲੱਠ ਟੁੱਟ ਜਾਣੀ, ਇਹ ਆਪਾਂ ਕਿਵੇਂ ਖਿਆਲ ਕਰਕੇ ਇਹਨਾਂ ਚੀਜ਼ਾਂ ਤੋਂ ਬਚ ਸਕਨੇ ਹਾਂ? ਇੱਕ ਤਾਂ ਮੋਟਰ ਜਿਹੜਾ ਨਾ ਚਲਾਉਣ ਤੋਂ ਪਹਿਲੇ ਇਹਨੂੰ ਪਾਣੀ ਪੈਣਾ ਚਾਹੀਦਾ, ਉਤਲੇ ਬੁਸ਼ ਨਹੀਂ ਖਰਾਬ ਹੋਣੇ ਚਾਹੀਦੇ। ਅੱਛਾ, ਇਹ ਬੁਸ਼ ਕਿਹੜੇ ਹੁੰਦੇ ਨੇ ਜੀ? ਬੁਸ਼ ਇਹ ਹੁੰਦੇ ਨੇ ਸਪਿੰਡਲਾਂ ਦੀ, ਇਹਨਾਂ ਵਿੱਚ ਪਲੇ ਪੈ ਜਾਂਦੀ ਹੈ। ਅੱਛਾ ਜੀ। ਜਿਸ ਪਲੇ ਪੈਂਦੀ ਹੈ। ਠੀਕ ਹੋ ਗਿਆ। ਤੇ ਉਸ ਇਹ ਵਿੱਚ ਰਬੜ ਹੈ ਜੀ? ਹਾਂਜੀ, ਇਹ ਰਬੜ ਹੈ। ਠੀਕ ਹੋ ਗਿਆ। ਉਸ ਵਿੱਚ ਵਾਈਬ੍ਰੇਸ਼ਨ ਵੱਧਦੀ ਜਾਂਦੀ, ਉਹਦੀ ਵਜ੍ਹਾ ਤੋਂ ਤੇ ਲੱਠ ਦੇ ਵਿੱਚ ਨਾ ਵਾਈਬ੍ਰੇਸ਼ਨ ਆਉਂਦੀ, ਉਹਦੀ ਵਜ੍ਹਾ ਤੋਂ ਸ਼ਾਫਟਾਂ ਤੋੜਦੀ ਟਰਬੈਨ ਮੋਟਰ। ਠੀਕ ਹੋ ਗਿਆ। ਚਲਾਉਣ ਤੋਂ ਪਹਿਲੇ 2 ਕੈਨੀਆਂ ਪਾਣੀ ਦੇ ਪੈਂਦੀਆਂ ਜਾਵਣ। ਅੱਛਾ। ਖਰਾਬ ਨਹੀਂ ਹੁੰਦੇ, ਟਰਬੈਨ ਕੱਲ ਦੀ ਕੰਮ ਨਹੀਂ ਕਰਦੀ। ਯਾਨੀ ਕਿ ਕਿੰਨੀ ਦੇਰ ਬਾਅਦ, ਘੰਟੇ ਬਾਅਦ ਵੀ ਅਗਰ ਚਲਾਓ ਜਾਂ ਇੱਕ ਦਿਨ ਬਾਅਦ ਜਾਂ ਕਿੱਲੇ ਪਾਣੀ ਪਾਣਾ ਚਾਹੀਦਾ? ਨਹੀਂ, ਘੰਟੇ ਬਾਅਦ ਕੋਈ ਨਹੀਂ ਹੈਗੀ ਲੋੜ। ਅੱਛਾ। ਇੱਕ ਦਿਨ ਤੋਂ ਬਾਅਦ ਚੱਲਦੀ, ਅਗਰ ਬੰਦ ਪਈ ਹੋਵੇ 2 ਦੇ 3 ਦੇ, ਉਸ ਨੂੰ ਪਾਣੀ ਪੈਣਾ ਚਾਹੀਦਾ। ਅਗਰ 2-3 ਘੰਟੇ ਬੰਦ ਪਈ ਹੋਵੇ ਗਰਮੀਆਂ 'ਚ, ਫਿਰ ਇੱਕ ਕੈਨੀ ਪਾਣੀ ਦੀ ਲਾਜ਼ਮੀ ਨਹੀਂ। ਸਹੀ ਹੋ ਗਿਆ। ਅੱਛਾ ਮਜ਼ਹਰ ਸਾਹਿਬ ਸਾਨੂੰ ਹਾਜੀ ਸਾਹਿਬ ਇਹ ਵੀ ਦੱਸਦੇ ਚਲੋ ਵੀ
ਜਿਹੜਾ ਜ਼ਿਮੀਦਾਰ ਹੈ ਹੁਣ 5 ਤੋਂ 10 ਕਿੱਲੇ ਦਾ ਜਿੰਦਾ ਰਕਬਾ ਹੈਗਾ ਹੈ, ਹਾਂਜੀ ਉਹਨੂੰ ਕਿਹੜੀ ਟਰਬਾਈਨ ਲਗਵਾਉਣੀ ਚਾਹੀਦੀ? 4 ਇੰਚ ਦੀ, 5 ਇੰਚ ਦੀ? ਹੁਣ ਤਾਂ 3 ਦੀਆਂ ਉਹ 2 ਦੀਆਂ ਡਿਲੀਵਰੀਆਂ ਵੀ ਲੋਕ ਲਾਈ ਖੜਿਆ ਸੋਲਰ ਤੇ। ਬਸ ਉਹ 2-3 ਕਿੱਲਿਆਂ ਦਾ 2 ਦੀ 1.5 ਦੀ 2.5 ਦਾ ਪਾਣੀ ਲੈ ਲੈਂਦਾ ਹੈ। ਲੇਕਿਨ ਅਗਰ ਜਿੰਦੀ 5-10 ਕਿੱਲੇ ਜ਼ਮੀਨ ਹੈਗੀ, ਉਹ 8-10 ਦਾ ਬੋਰ ਕਰਾਵੇ, 300 ਫੁੱਟ ਬੋਰ ਹੈ, ਸਹੀ 4 ਇੰਚ ਡਿਲੀਵਰੀ ਪਵਾਏ, 15 ਦੀ ਮੋਟਰ ਸੋਲਰ ਤੇ 24 ਪਲੇਟਾਂ ਦੇ ਜ਼ਬਰਦਸਤ ਪਾਣੀ ਵੀ ਹੁੰਦਾ ਠੀਕ ਚੱਲਦਾ ਪਿਆ। ਠੀਕ ਹੋ ਗਿਆ। ਅੱਛਾ, ਇੱਥੇ ਆਪਣੇ ਇਲਾਕੇ ਵਿੱਚ ਪਾਣੀ ਦੀ ਗਹਿਰਾਈ ਕੀ ਹੈ? ਲੋਕ ਅਕਸਰ ਬੋਰ ਕਿੰਨਾ ਕਰਵਾ ਰਹੇ ਨੇ? ਇੱਥੇ 300 ਫੁੱਟ ਬੋਰ ਹੁੰਦਾ ਪਿਆ। ਇੱਥੇ ਆਪਣਾ ਜਿੱਥੇ 60 ਫੁੱਟ 65 ਫੁੱਟ ਇੱਥੇ ਵਾਟਰ ਲੈਵਲ ਹੈ ਗਿਆ। ਠੀਕ ਹੋ ਗਿਆ। 80 ਫੁੱਟ ਇੱਥੇ ਟਰਬਾਈਨ ਚੱਲਦੀ ਹੈ, ਉਹ 90 ਵਾਲੇ ਪਾਸੇ ਜਾਂਦੀ ਵੀ 90 ਫੁੱਟ ਟਰਬਾਈਨ ਚੱਲਦੀ ਹੈ। ਠੀਕ ਹੋ ਗਿਆ। ਬੋਰ ਜਿਹੜਾ ਉਹ 300-350 ਫੁੱਟ ਤੱਕ। ਹਾਂਜੀ 300। ਆਪਣਾ ਇੱਥੇ ਪਾਣੀ ਠੀਕ ਹੈ, ਪਾਣੀ ਕੌੜੇ ਨਹੀਂ ਹੈਗੇ। 300 ਫੁੱਟ ਵਿੱਚੋਂ 170 ਫੁੱਟ ਫਿਲਟਰ ਬੰਦ ਆਉਂਦਾ, 130 ਦਾ ਪਾਣੀ ਲੈਂਦੇ ਪਏ। ਸਹੀ, ਪਾਣੀ ਠੀਕ ਹੈ। ਅੱਛਾ ਹਾਜੀ ਸਾਹਿਬ, ਇਹ ਬੋਰ ਕਰਵਾਉਂਦਿਆਂ ਹੋਇਆਂ ਵੀ ਕਿਸੇ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਸਮਾਨ ਦਾ, ਜਾਂ ਬੋਰ ਛੋਟਾ ਵੱਡਾ? ਹਾਂਜੀ, ਸਮਾਨ ਅੱਛਾ ਹੋਵੇਗਾ, ਦੇਰ ਬਾਅਦ ਚੱਲੇਗਾ। ਸਹੀ ਬਿਜਲੀ ਉਹਦੀ ਠੀਕ ਪਵੇ, ਸਹੀ, ਡ੍ਰਿਲਿੰਗ ਉਹਦੀ ਠੀਕ ਹੋਵੇ, ਬੋਰ ਲੈਵਲ ਵਿੱਚ ਹੋਵੇ, ਬੋਰ ਕੰਮ ਵੀ ਨਹੀਂ ਜਾਣਾ। ਠੀਕ ਹੋ ਗਿਆ। ਬਹੁਤ ਦੇਰ ਬਾਅਦ ਚੱਲੇ। ਅੱਛਾ, ਜਿਹੜੇ ਦੋਸਤ 2, 2.5, 3 ਦੀ ਡਿਲੀਵਰੀ ਜਿਹੜਾ ਹੈ ਨਾ ਲਗਵਾਉਂਦੇ ਨੇ ਹਾਂਜੀ ਤੇ ਬੋਰ ਕਰਾਉਂਦੇ ਨੇ, ਹਾਂਜੀ ਤੇ ਬੋਰ ਕਰਾਉਂਦੇ ਨੇ ਛੋਟਾ ਹੀ, ਫਿਰ ਵੀ ਅਸੀਂ ਛੋਟੀ ਟਰਬਾਈਨ ਚਲਾਉਣੀ, ਉਹਨਾਂ ਨੂੰ ਕੋਈ ਤੁਸੀਂ ਮਸ਼ਵਰਾ ਦੇਣਾ ਚਾਹੋ ਵੀ ਬੋਰ ਛੋਟਾ ਕਰਾਉਣਾ ਚਾਹੀਦਾ ਜਾਂ ਬੜਾ ਕਰਾਉਣਾ ਚਾਹੀਦਾ? ਕੋਈ ਫਾਇਦਾ ਹੈ ਬੜੇ ਬੋਰ? ਹਰ ਬੰਦੇ ਨੇ ਹਿਸਾਬਾਦੀ ਕਪੈਸਿਟੀ ਦੇ ਹਿਸਾਬ ਨਾਲ ਚੱਲਣਾ ਹੁੰਦਾ ਹੈ। ਸਹੀ, ਕੋਈ 2.5 ਇੰਚੀ ਕਰਾਉਂਦੇ ਪੈਣ 2-2.5 ਕਿੱਲਿਆਂ ਵਾਲੇ, ਲੇਕਿਨ ਜਿਹੜਾ ਬਿਹਤਰ ਹੈਗਾ, ਅਗਰ 5 ਕਿੱਲਿਆਂ ਦਾ ਜ਼ਿਮੀਂਦਾਰ ਹੈ ਤਾਂ 4 ਦੀ ਡਿਲੀਵਰੀ ਚਲਾਵੇ, 10 ਦੀ ਮੋਟਰ ਲਵਾ ਲੇ, 15 ਦੀ ਲਵਾ ਲੇ। ਠੀਕ ਹੋ ਗਿਆ। ਕੰਮ ਦੇਰ ਬਾਅਦ ਚੱਲਣਾ। ਠੀਕ ਹੋ ਗਿਆ। ਉਹ ਜਿਹੜਾ ਕਿੱਲੇ 1.5 ਵਾਲਾ ਹੈਗਾ, ਉਹ 2 ਵਾਲੇ ਜਾਂ 1.5 ਇੰਚੀ ਦਾ ਪਾਣੀ ਲੈਂਦਾ ਹੈ, 2.5 ਇੰਚੀ ਦਾ ਲੈਂਦਾ ਹੈ। ਅੱਛਾ, ਉਹਦੇ ਨਾਲ ਫਿਰ ਇਹਦਾ ਫਾਇਦਾ ਜ਼ਿਆਦਾ ਪਾਣੀ ਉਸੇ ਪੀ ਜ਼ਿਆਦਾ ਹੋਵੇਗਾ, ਸਹੀ। ਉਹਦੇ ਵਾਸਤੇ ਉਹਦੀ ਅੱਛਾ ਕੰਮ ਰਹਿਣਾ। ਅੱਛਾ ਹਾਜੀ ਸਾਹਿਬ, ਆਪਣੇ ਕੋਲ ਇੱਥੇ 300-350 ਫੁੱਟ ਬੋਰ ਨੇ, ਤੇ ਟਰਬਾਈਨ ਜਾਂ ਮਰਸੀਬਲ ਪੰਪ ਇਹ ਕਿੰਨੇ ਸੋਲਰ ਪਲੇਟਾਂ ਤੇ ਚੱਲ ਰਹੀ ਹੈ? ਜਿਹੜੀ 25 ਦੀ ਮੋਟਰ ਹੈ ਨਾ ਜੀ, ਸੋਲਰ ਤੇ ਚੱਲ ਰਹੀ ਹੈ, ਸਭ ਮਰਸੀਬਲ ਉਹ 40 ਪਲੇਟਾਂ ਦੇ ਵਿੱਚ ਚੱਲਦੀ, 42 ਤੇ ਵੀ ਚੱਲਦੀ, 48 ਤੇ ਵੀ ਚੱਲਦੀ ਹੈ। ਠੀਕ ਹੋ ਗਿਆ। 36 ਤੇ ਵੀ ਚੱਲ ਜਾਂਦੀ, 25 ਦੀ। ਸਹੀ। ਕਈ ਦੋਸਤਾਂ ਦੇ ਫਿਰ ਜਿਹੜੇ ਇਲੈਕਟ੍ਰੀਸ਼ੀਅਨ ਹੈਗੇ ਨੇ, ਉਹਨਾਂ ਦੀ ਰਹਿਨੁਮਾਈ ਹੁੰਦੀ ਹੈ, ਜਿੰਦੇ ਵਾਸਤੇ ਕੋਈ 60-65 ਪਲੇਟ ਲਾਓ ਜੀ, ਪਲੇਟ ਜ਼ਿਆਦਾ ਲਾਓ। ਸਹੀ। ਹੁਣ ਇੱਥੇ ਮੋਟਰਾਂ ਚੱਲਦੀਆਂ 35 ਦੀ ਮੋਟਰਾਂ 48 ਪਲੇਟਾਂ ਚੱਲਦੀਆਂ ਪਈਆਂ, ਜਿਸ ਵੇਲੇ ਫੁੱਲ ਗਰਮੀ ਹੁੰਦੀ ਉਹ 36 ਤੇ ਹੋ ਜਾਂਦੀ, ਇੱਕ ਸਟੈਂਡ ਬੰਦ ਕਰ ਦਿੰਦੇ, ਸਹੀ। ਤਾਂ ਵੀ ਚੱਲਦੀਆਂ। ਪਾਣੀ ਮਾਸ਼ਾਅੱਲਾ ਚੰਗੇ ਨੇ ਉਹਨਾਂ ਦੇ। ਅੱਛਾ ਹਾਜੀ ਸਾਹਿਬ, ਮਰਸੀਬਲ ਪੰਪ ਜ਼ਿਆਦਾ ਕਰੰਟ ਲੈਂਦਾ ਹੈ ਜਾਂ ਟਰਬਾਈਨ? ਇਹ ਤਕਰੀਬਨ ਲੋਡ ਇੱਕੋ ਜਿਹਾ ਹੀ ਚੱਲਦਾ ਪਿਆ। ਅੱਛਾ, ਮਰਸੀਬਲ ਹੈ ਵੀ ਉਹਦਾ ਖਰਚਾ ਘੱਟ ਹੁੰਦਾ, ਉਹਦੇ ਬੁਸ਼ ਘੱਟ ਹੁੰਦੇ ਨੇ। ਸਹੀ। ਉਹਦੀ ਜਿਹੜੀ ਹੈਗਾ ਮਕੈਨੀਕਲ ਉਹ ਥੋੜਾ ਹੁੰਦਾ ਵੇ, 2 ਬੁਸ਼ ਹੁੰਦੇ ਨੇ। ਠੀਕ ਹੋ ਗਿਆ। ਉੱਤੇ ਚੱਲਦਾ, ਉਹ ਪਾਣੀ ਦੇ ਵਿੱਚ ਹੀ ਚੱਲਦਾ। ਸਹੀ। ਉਹਦੀ ਨਿਸਬਤ ਜਿਹੜੀ ਟਰਬਾਈਨ ਦੀ ਰਿਪੇਅਰਿੰਗ ਜ਼ਿਆਦਾ ਹੈ, ਸਹੀ, ਲੇਕਿਨ ਬਿਜਲੀ ਦੀ ਟਰਬਾਈਨ ਕਾਮਯਾਬ ਹੈ। ਠੀਕ ਹੋ ਗਿਆ। ਅੱਛਾ, ਯਾਨੀ ਕਿ ਤੁਸੀਂ ਮਸ਼ਵਰਾ ਦਿੰਦੇ ਹੋ ਵੀ ਕਿਸੇ ਅਗਰ ਸੋਲਰ ਤੇ ਲਗਵਾਉਣਾ ਹੈ ਨਾ ਟੁਗਲ, ਤੇ ਉਹ ਫਿਰ ਮਰਸੀਬਲ ਪੰਪ ਇਸਤੇਮਾਲ ਕਰੇ। ਠੀਕ ਹੋ ਗਿਆ। ਜੇ ਅਗਰ ਉਹਨੇ ਵਾਪੜਾ ਤੇ ਚਲਾਉਣਾ ਹੈ ਜਾਂ ਟਰੈਕਟਰ ਤੇ ਚਲਾਉਣਾ? ਟਰਬਾਈਨਾਂ ਵੀ ਚਲਾਈ ਖੜੇ ਨੇ, ਸ਼ੇਰ ਤੇ ਚਲਾਈ ਖੜੇ ਨੇ, ਚਲਦੀਆਂ ਵੀ ਪਈਆਂ ਨੇ ਇਲਾਕੇ ਵਿੱਚ। ਸਹੀ। ਲੇਕਿਨ ਉਹਦੇ ਵਾਸਤੇ ਇਹ ਜਦੋਂ ਬੱਦਲ ਆਉਂਦੇ ਨੇ, ਖਿਆਲ ਨਹੀਂ ਹੁੰਦਾ, ਉਸ ਵੇਲੇ ਟਰਬਾਈਨ ਦੇ ਚੱਕਰ ਘੜਦੇ ਨੇ, ਬੁਸ਼ਾਂ ਦਾ ਨੁਕਸਾਨ ਕਰਦੇ, ਉਹ ਫਿਰ ਲੱਠ ਜਿਹੜੀ ਉਹ ਧੜਕਾ ਮਾਰਦੀ ਹੈ, ਉਹਦੀ ਵਜ੍ਹਾ ਤੋਂ ਬੋਰ ਦਾ ਵੀ ਨੁਕਸਾਨ ਹੁੰਦਾ, ਫਿਰ ਵਾਈਬ੍ਰੇਸ਼ਨ ਹੁੰਦੀ ਹੈ ਬੜੀ। ਠੀਕ ਹੋ ਗਿਆ। ਬਿਹਤਰ ਹੈ ਕਿ ਜਿਹੜਾ ਟਰਬਾਈਨ ਜਿੱਥੇ ਵਾਪੜਾ ਤੇ ਚੱਲਣਾ ਹੈ ਜਾਂ ਟਰੈਕਟਰ ਤੇ ਚੱਲਣੀ ਹੈ ਟਰਬਾਈਨ, ਉੱਥੇ ਟਰਬਾਈਨ ਉਤਲੀ ਮੋਟਰ ਵਾਲੀ ਲੱਗੀ ਹੋਈ ਹੋਵੇ, ਤੇ ਜਿੱਥੇ ਸੋਲਰ ਤੇ ਚੱਲਣੀ ਹੈ ਉੱਥੇ ਫਿਰ ਉਹ ਥੱਲੇ ਵਾਲੀ ਜਿਹੜੀ। ਠੀਕ ਹੋ ਗਿਆ। ਚਲੋ ਹਾਜੀ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ ਜਨਾਬ, ਤੁਸੀਂ ਸਾਨੂੰ ਮੁਫੀਦ ਮਾਲੂਮਾਤ ਦਿੱਤੀ ਹੈ ਕਿ ਮੇਨਟੇਨੈਂਸ ਤੋਂ ਆਪਾਂ ਕਿਵੇਂ ਬਚ ਸਕਦੇ ਹੈਗੇ ਆ, ਔਰ ਬੋਰ ਦਾ ਇੰਤਖਾਬ ਕਿਵੇਂ ਕਰਨਾ ਚਾਹੀਦਾ ਹੈ। ਤੇ ਦੋਸਤੋ, ਮਿਲਦੇ ਹਾਂ ਇਨਸ਼ਾਅੱਲਾ ਅਗਲੀ ਵੀਡੀਓ ਨਾਲ। ਵੀਡੀਓ ਕੈਸੀ ਲੱਗੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਹੈ। ਮਿਲਦੇ ਹਾਂ ਇਨਸ਼ਾਅੱਲਾ ਅਗਲੀ ਵੀਡੀਓ ਨਾਲ। ਇਜਾਜ਼ਤ ਦਿਓ। ਅੱਲਾ ਹਾਫਿਜ਼।